सत श्री अकाल दोस्तों, वेलकम टू डोर स्टैप एजुकेशन पॉइंट। उम्मीद करदा तुसी सब बहुत ही वधिया होने आ। अज दी वीडियो विच लैसन नंबर 3 NCERT पोलिटिकल साइंस का जिहड़ा पार्ट हैगा सरकार की है, वट इज़ गवर्नमेंट, इस पार्ट नूं चंगे तरीके नाल डिस्कस करन जा रही हाँ। ये वीडियो तुहाडे PS टैट CTET ਜਾਂ फिर कोई होर कॉम्पीटिटिव एग्जाम जिथे जीके के प्रश्न पूछे जाते हैं उन्हां सारे एग्जाम्स लई ये क्लास इंपॉर्टेंट हैगी आ। सो शुरुआत करते हैं अज दी अपनी क्लास दी। क्लास शुरू करन तो पहला चैनल नूं सबसक्राइब जरूर कर लिओ एंड इस तरह दियां वीडियोज़ प्राप्त करते रहन लई बैल आइकन भी प्रैस कर लिओ। हुण आपां गल नूं समझ लैंदे आ कि सरकारां की हुंदियां ने, इन्हां दे काम की हुंदे आ, सरकारां दे लैवल किन्ने तरह के वेखण नूं मिलदे आ, वोटिंग अधिकार नूं लैके आपां गल करांगे एंड इस तरह दी काफ़ी सारियां इंपॉर्टेंट जिहड़ियां गल्लां ने जिहड़ियां कि तुहाडे एग्जाम दे विच पुछियां जा सकदियां ने। सारियां गल्लां दी डिस्कशन आपां इस वीडियो विच करन जा रहे हां। इस वीडियो नूं तुसीं लास्ट तक वेखना हैगा आ। सो आपां गल कर रहे हां सरकार की है। जिवें मन लो आपां किसी देश विच रह रहे हां, जिवें कि आपां भारत देश विच रह रहे हां, बट भारत देश इन्ना वड्डा हैगा आ, 32 ਲੱਖ ਸਕੁਅਰ किलोमीटर ਦੇ ਵਿੱਚ ਆਪਣਾ ਜਿਹੜਾ ਦੇਸ਼ ਹੈਗਾ ਆ ਫੈਲਿਆ ਹੋਇਆ ਐਂਡ ਇਹਦੇ ਨਾਲ ਕਹਿ ਸਕਦੇ ਆ ਕਿ ਲਗਭਗ 7-8 ਦੇਸ਼ਾਂ ਦੀ ਜਿਹੜੀ ਬਾਉਂਡਰੀ ਹੈਗੀ ਆ ਆਪਣੇ ਦੇਸ਼ ਨਾਲ ਉਹ ਵੀ ਲੱਗਦੀ ਆ। ਸੋ ਉਹਨਾਂ ਦੇਸ਼ਾਂ ਨਾਲ ਕਿਹੋ ਜਿਹੇ ਸੰਬੰਧ ਰਹਿਣੇ ਆ ਇਹ ਡਿਪੈਂਡ ਕਰਦਾ ਆਪਣੀ ਸਰਕਾਰ ਤੇ। ਸਰਹੱਦਾਂ ਦੀ ਰਾਖੀ ਲਈ ਕੌਣ ਡਿਪੈਂਡੈਂਟ ਹੁੰਦਾ ਆ? ਆਪਾਂ ਡਿਪੈਂਡੈਂਟ ਹੁੰਦੇ ਆ ਕਿਹਦੇ ਤੇ? ਸਰਕਾਰ ਦੇ ਉੱਤੇ। ਤੇ ਸਰਕਾਰ ਕੀ ਕਰਦੀ ਹੈ? ਆਪਣੇ ਜਿਹੜੇ ਬਾਰਡਰਸ ਨੇ ਜੀ ਉਹਨਾਂ ਨੂੰ ਕਹਿ ਸਕਦੇ ਆ ਸੇਫ ਰੱਖਦੀ ਆ, ਫਿਰ ਹੀ ਆਪਾਂ ਇੱਥੇ ਵਧੀਆ ਤਰੀਕੇ ਨਾਲ ਆਪਦੀ ਕੰਟਰੀ ਵਿੱਚ ਰਹਿ ਸਕਦੇ ਆ। ਇਸ ਤਰ੍ਹਾਂ ਹੋਰ ਵੀ ਕਾਫੀ ਸਾਰੇ ਜਿਹੜੇ ਕੰਮ ਹੈਗੇ ਆ ਕਿ ਜਿਹੜੇ ਆਪਣੀ ਜਿਹੜਾ ਦੇਸ਼ ਹੈਗਾ ਆ ਆਪਣਾ, ਹਰੇਕ ਦੇਸ਼ ਨੂੰ ਇੱਕ ਸਰਕਾਰ ਦੀ ਲੋੜ ਪੈਂਦੀ ਹੈ ਕਿ ਜਿਹੜਾ ਦੇਸ਼ ਹੈਗਾ ਆ ਉਹਨੂੰ ਚਲਾਊਗਾ ਕੌਣ। ਮਤਲਬ ਉਹਨੂੰ ਚਲਾਉਣ ਲਈ ਪ੍ਰਸ਼ਾਸਨ ਦਾ ਜਿਹੜਾ ਕੰਮ ਹੈਗਾ ਆ, ਪ੍ਰਸ਼ਾਸਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਜਿਵੇਂ ਕਿ ਕਿੰਨੇ ਸਾਰੇ ਜਿਹੜੇ ਕਰਮਚਾਰੀ ਨੇ ਰੋਜ਼ ਆਪਦੀ ਡਿਊਟੀ ਤੇ ਜਾਂਦੇ ਨੇ ਐਂਡ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ। ਇਸੇ ਤਰ੍ਹਾਂ ਹੀ ਜਿਹੜੇ ਪ੍ਰਸ਼ਾਸਨ ਹੈਗੇ ਆ ਜਾਂ ਫਿਰ ਆਪਣਾ ਸਕੂਲ ਵਿਭਾਗ ਹੋ ਗਿਆ, ਪੂਰਾ ਦੇਸ਼ ਦਾ ਜਿਹੜਾ ਢਾਂਚਾ ਹੈਗਾ ਆ, ਵੱਖਰੇ ਵੱਖਰੇ ਜਿਹੜੇ ਕਰਮਚਾਰੀ ਨੇ ਆਪਦਾ ਕੰਮ ਕਰਦੇ ਨੇ, ਵਿੱਚ ਹੀ ਪ੍ਰਾਈਵੇਟ ਬਿਜ਼ਨਸਮੈਨ ਵੀ ਆ ਜਾਂਦੇ ਨੇ, ਸਰਕਾਰਾਂ ਆਉਂਦੀਆਂ ਨੇ, ਬਿਊਰੋਕਰੈਟਸ ਹੁੰਦੇ ਨੇ। ਮਤਲਬ ਕਿੰਨਾ ਕੁਝ ਹੁੰਦਾ ਆ ਆਪਣੇ ਦੇਸ਼ ਵਿੱਚ ਜਿਹੜਾ ਕਿ ਸਾਰਾ ਕੁਝ ਜਿਹੜਾ ਕੰਟਰੋਲ ਹੈਗਾ ਆ ਜਾਂ ਫਿਰ ਜਿਹੜਾ ਰੈਗੂਲੇਟ ਕੀਤਾ ਜਾਂਦਾ ਕਿਹਦੇ ਦੁਆਰਾ ਕੀਤਾ ਜਾਂਦਾ? ਸਰਕਾਰ ਦੁਆਰਾ ਕੀਤਾ ਜਾਂਦਾ। ਜਿਵੇਂ ਮੈਂ ਇੱਥੇ ਪੁਆਇੰਟ ਲਿਖਿਆ ਵੀ ਹੋਇਆ ਕਿ ਸਰਹੱਦਾਂ ਦੀ ਰਾਖੀ ਲਈ ਵੀ ਕੌਣ ਜ਼ਿੰਮੇਵਾਰ ਹੁੰਦਾ ਆ? ਉਹ ਹੁੰਦੀ ਆ ਸਰਕਾਰਾਂ। ਦੂਜੇ ਦੇਸ਼ਾਂ ਨਾਲ ਆਪਣੇ ਸੰਬੰਧ ਕਿਹੋ ਜਿਹੇ ਰਹਿਣੇ ਆ? ਜਿਵੇਂ ਆਪਣੇ ਕੈਨੇਡਾ ਅਤੇ ਭਾਰਤ ਦਾ ਜਿਹੜਾ ਵਿਵਾਦ ਹੈਗਾ ਆ ਹੁਣ ਚੱਲ ਰਿਹਾ, ਸੋ ਉਹਨਾਂ ਦੇਸ਼ਾਂ ਦੇ ਲਈ ਸ਼ਾਂਤੀਮਈ ਆਪਣੇ ਜਿਹੜੇ ਸੰਬੰਧ ਹੋਣਗੇ ਜਾਂ ਨਹੀਂ ਹੋਣਗੇ ਇਹ ਵੀ ਡਿਪੈਂਡ ਕਰਦਾ ਹੈ ਆਪਣੀਆਂ ਸਰਕਾਰਾਂ ਦੇ ਉੱਤੇ। ਆਪਣੇ ਦੇਸ਼ ਵਿੱਚ ਇਕੱਲੇ ਨਾਗਰਿਕ ਲਈ ਜਾਂ ਫਿਰ ਕਹਿ ਸਕਦੇ ਹਾਂ ਕਿ ਆਪਣੇ ਦੇਸ਼ ਵਿੱਚ ਪ੍ਰੋਪਰ ਫੂਡ ਹੈਗਾ ਵੀ ਹੈ ਕਿ ਨਹੀਂ। ਜਿਵੇਂ ਮੰਨ ਲਓ ਕਈ ਵਾਰ ਸ਼ਾਰਟੇਜ ਵੀ ਪੈ ਜਾਂਦੀ ਆ ਅਨਾਜ ਦੀ, ਜਿਵੇਂ ਕਿ ਕਈ ਵਾਰ ਜਿਹੜਾ ਫੂਡ ਹੁੰਦਾ ਆ ਐਕਸਪੋਰਟ ਕਰ ਦਿੱਤਾ ਜਾਂਦਾ ਸਾਰਾ ਤੇ ਆਪਣੇ ਦੇਸ਼ ਲਈ ਵੀ ਨਹੀਂ ਬਚਦਾ। ਇਤਿਹਾਸ ਵਿੱਚ ਕੁਝ ਇਹੋ ਜਿਹੀਆਂ ਉਦਾਹਰਨਾਂ ਵੀ ਵੇਖਣ ਨੂੰ ਮਿਲਦੀਆਂ ਨੇ। ਸੋ ਇਹਨੂੰ ਇਨਸ਼ੋਰ ਕਰਨਾ ਕਿ ਆਪਣੇ ਦੇਸ਼ ਵਿੱਚ ਪ੍ਰੋਪਰ ਫੂਡ, ਪ੍ਰੋਪਰ ਅਨਾਜ ਆਪਣੇ ਪ੍ਰਿਆਪਤ ਮਾਤਰਾ ਵਿੱਚ ਹੈਗਾ ਵੀ ਹੈ ਕਿ ਨਹੀਂ, ਇਹ ਵੀ ਇਨਸ਼ੋਰ ਕਰਨਾ ਕਿਹਦਾ ਕੰਮ ਹੁੰਦਾ? ਸਰਕਾਰਾਂ ਦਾ। ਜਿਹੜੀਆਂ ਕੀਮਤਾਂ ਹੁੰਦੀਆਂ ਨੇ, ਜਿਵੇਂ ਕਿ ਮੰਨ ਲਓ ਕਿਸੇ ਚੀਜ਼ ਦੀ ਜਿਹੜੀ ਕੀਮਤ ਹੈਗੀ ਆ ਬਹੁਤ ਤੇਜ਼ੀ ਨਾਲ ਵੱਧ ਜਾਂਦੀ ਹੈ। ਕਈ ਵਾਰ ਟਮਾਟਰ ਦੇ ਪ੍ਰਾਈਸ ਤੁਸੀਂ ਵੇਖਿਆ ਹੋਣਾ। ਇਸ ਤਰ੍ਹਾਂ ਹੀ ਕਾਫੀ ਸਾਰੀਆਂ ਐਡੀਬਲਸ ਚੀਜ਼ਾਂ ਹੁੰਦੀਆਂ ਨੇ, ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਪ੍ਰਾਈਸਿਸ ਵੱਧ ਜਾਂਦੇ ਆ ਬਟ ਫਿਰ ਕੰਟਰੋਲ ਵਿੱਚ ਵੀ ਆ ਜਾਂਦੇ ਆ। ਸੋ ਇਹ ਜਿਹੜਾ ਰੈਗੂਲੇਟ ਕਰਨ ਦਾ ਕੰਮ ਹੈਗਾ ਆ, ਜਿਹੜੀ ਮਹਿੰਗਾਈ ਹੈਗੀ ਆ ਉਹਨੂੰ ਕੰਟਰੋਲ ਕਰਨ ਦਾ ਜਿਹੜਾ ਕੰਮ ਹੈਗਾ ਆ ਉਹ ਵੀ ਸਰਕਾਰਾਂ ਦਾ ਹੀ ਹੁੰਦਾ ਆ। ਚੰਗੀਆਂ ਸਿਹਤ ਜਿਹੜੀਆਂ ਸਹੂਲਤਾਂ ਹੁੰਦੀਆਂ ਨੇ ਇਹ ਪ੍ਰੋਵਾਈਡ ਕਰਨ ਦਾ ਜਿਹੜਾ ਕੰਮ ਹੈਗਾ ਆ ਕਿਹਦਾ ਹੈ? ਇਹ ਵੀ ਸਰਕਾਰਾਂ ਦਾ ਹੀ ਕੰਮ ਹੈਗਾ ਆ। ਤੇ ਕੁਦਰਤੀ ਆਫਤਾਂ ਜਦੋਂ ਆ ਜਾਂਦੀਆਂ ਨੇ, ਜਿਵੇਂ 2 ਦਿਨ ਪਹਿਲਾਂ ਦੀ ਗੱਲ ਹੈਗੀ ਆ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਝਬੇਲ ਵਾਲੀ ਇੱਕ ਪੁਲ ਜੇ ਤੇ ਇੱਕ ਨਿਊ ਦੀਪ ਵਾਲਿਆਂ ਦੀ ਜਿਹੜੀ ਬੱਸ ਸੀਗੀ ਉਹ ਸਲਿੱਪ ਕਰ ਗਈ। ਜਿਵੇਂ ਵੀ ਚਲੋ ਐਕਸੀਡੈਂਟ ਹੋ ਗਿਆ, ਉੱਥੇ ਕਾਫੀ ਲੋਕ ਵੀ ਮਰ ਚੁੱਕੇ ਆ। ਤੇ ਉਸ ਤੋਂ ਬਾਅਦ ਜਿਹੜੇ ਆਪਣੇ ਪੰਜਾਬ ਦੇ CM ਹੈਗੇ ਆ ਉਹਨਾਂ ਦੀ ਟਵੀਟ ਜਾਂ ਫਿਰ ਕਹਿ ਲਓ ਕਿ ਫੋਨ ਗਏ ਉੱਥੇ ਦੇ ਲੋਕਾਂ ਨੂੰ ਤੇ ਉਹਨਾਂ ਨੇ ਇਹ ਗੱਲ ਪਬਲਿਕ ਵੀ ਕੀਤੀ ਕਿ ਮੈਂ ਪ੍ਰਸ਼ਾਸਨ ਦੇ ਕੰਟੈਕਟ ਵਿੱਚ ਹੈਗਾ ਆ, ਕਿ ਮੈਂ ਪਲ ਪਲ ਦੀ ਖਬਰ ਲੈ ਰਿਹਾ ਕਿ ਉੱਥੇ ਕੀ ਹੋ ਰਿਹਾ। ਠੀਕ ਆ, ਮਤਲਬ ਕਿ ਕਹਿੰਦੇ ਕਿ ਮੈਂ ਸਿਚੁਏਸ਼ਨ ਨੂੰ ਕੰਟਰੋਲ ਕਰਨ ਲਈ ਜਿਹੜੀਆਂ ਟੀਮਾਂ ਨੇ ਉਹ ਵੀ ਭੇਜੀਆਂ ਹੋਈਆਂ ਨੇ। ਸੋ ਮਤਲਬ ਇਹ ਕਿ ਕੁਦਰਤੀ ਆਫਤਾਂ ਆਉਣ 'ਤੇ ਵੀ, ਨੈਚੁਰਲ ਡਿਜ਼ਾਸਟਰ ਆਉਣ 'ਤੇ ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਹੈਲਪ ਕਰਦੀਆਂ ਨੇ ਲੋਕਾਂ ਦੀਆਂ। ਤੇ ਵੈਸੇ ਤਾਂ ਆਪਾਂ ਸਰਕਾਰ ਨੂੰ ਆਪ ਹੀ ਚੂਜ਼ ਕਰਦੇ ਹਾਂ, ਆਪਾਂ ਖੁਦ ਹੀ ਚੁਣਦੇ ਹਾਂ
ਫਿਰ ਹੀ ਇਹ ਜਿਹੜੇ ਕੰਮ ਹੈਗੇ ਆ ਇਹਨਾਂ ਦੁਆਰਾ ਕੀਤੇ ਜਾਂਦੇ ਆ। ਤੇ ਜਿਹੜੀ ਅਦਾਲਤ ਹੁੰਦੀਆਂ ਨੇ, ਅਦਾਲਤਾਂ ਦੀ ਜਦੋਂ ਆਪਾਂ ਗੱਲ ਕਰਦੇ ਆ, ਇਹ ਵੀ ਸਰਕਾਰ ਦਾ ਹਿੱਸਾ ਹੁੰਦੀਆਂ ਨੇ। ਮੰਨ ਲਓ ਸਰਕਾਰ ਨੇ ਕੋਈ ਰੂਲ ਬਣਾਤਾ, ਤੁਸੀਂ ਖੁਸ਼ ਨਹੀਂ ਹੈਗੇ ਤੇ ਤੁਸੀਂ ਕਹੋਗੇ ਕਿ ਜਿਹੜਾ ਇਹ ਕਾਨੂੰਨ ਹੈਗਾ ਆ ਫਲਾਨਾ, ਇਹਦੇ ਨਾਲ ਮੇਰੇ ਜਿਹੜੇ ਮੌਲਿਕ ਅਧਿਕਾਰ ਹੈਗੇ ਆ ਇਹ ਖਤਰੇ ਵਿੱਚ ਜਾ ਰਹੇ ਆ, ਫਿਰ ਤੁਸੀਂ ਅਦਾਲਤਾਂ ਵਿੱਚ ਵੀ ਜਾ ਸਕਦੇ ਹੋ। ਈਵਨ ਤੁਹਾਡੇ ਨਾਲ ਕੁਝ ਗਲਤ ਹੁੰਦਾ ਫਿਰ ਵੀ ਤੁਸੀਂ ਅਦਾਲਤਾਂ ਵਿੱਚ ਜਾ ਸਕਦੇ ਹੋ। ਸੋ ਇਹ ਗੱਲ ਸੀਗੀ ਆਪਣੀ ਕਿ ਸਰਕਾਰਾਂ ਇਹ ਕੰਮ ਮੇਨਲੀ ਕਰਦੀਆਂ ਨੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਦੋ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਇੱਕ ਤਾਂ ਹੈਗੀ ਆ ਜੀ ਰਾਜਸ਼ਾਹੀ, ਦੂਜਾ ਹੈ ਜੀ ਲੋਕਤੰਤਰ। ਰਾਜਸ਼ਾਹੀ ਦੇ ਵਿੱਚ ਰਾਜ ਲਿਖਿਆ ਹੋਇਆ, ਮਤਲਬ ਕਿ ਰਾਜਾ ਇਹਦੇ ਵਿੱਚ ਸਾਰਾ ਪ੍ਰਸ਼ਾਸਨ ਚਲਾਉਂਦਾ ਆ। ਲੋਕਤੰਤਰ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੂੰ ਆਪਾਂ ਲੋਕਤੰਤਰ ਕਹਿ ਦਿੰਦੇ ਆ। ਮੋਨੈਰਕੀ ਕਹਿ ਦਿੰਦੇ ਆ ਰਾਜਸ਼ਾਹੀ ਨੂੰ, ਤੇ ਡੈਮੋਕ੍ਰੇਸੀ ਆਪਾਂ ਕਹਿ ਦਿੰਦੇ ਆ ਲੋਕਤੰਤਰ ਨੂੰ। ਸੋ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਹੁਣ ਆਪਾਂ ਗੱਲ ਕਰਦੇ ਹਾਂ ਸਰਕਾਰ ਦੇ ਪੱਧਰ, ਲੈਵਲ ਆਫ ਗਵਰਨਮੈਂਟ, ਕਿ ਜਿਹੜੇ ਪੱਧਰ ਨੇ, ਲੈਵਲ ਨੇ, ਉਹ ਤੁਹਾਨੂੰ ਕਿੰਨੇ ਵੇਖਣ ਨੂੰ ਮਿਲਦੇ ਹੈਗੇ ਆ। ਮੰਨ ਲਓ ਤੁਸੀਂ ਆਪਦੇ ਪਿੰਡ ਵਿੱਚ ਕੋਈ ਕੰਮ ਕਰਵਾਉਣਾ ਆ, ਫਿਰ ਤੁਸੀਂ ਕਿਹਦੇ ਕੋਲ ਜਾਓਗੇ? ਜਿਵੇਂ ਮੰਨ ਲਓ ਤੁਸੀਂ ਆਪਦੇ ਪਿੰਡ ਦੀ ਸੜਕ ਬਣਵਾਉਣੀ ਆ, ਤੁਸੀਂ ਆਪ ਤਾਂ ਬਣਵਾ ਨਹੀਂ ਸਕਦੇ, ਤੁਸੀਂ ਕਿਹਦੇ ਕੋਲ ਜਾਓਗੇ? ਤੁਸੀਂ PM ਕੋਲ ਵੀ ਨਹੀਂ ਜਾ ਸਕਦੇ, ਕਿਉਂਕਿ ਇਹ PM ਦਾ ਕੰਮ ਨਹੀਂ ਹੈਗਾ, ਪ੍ਰਧਾਨ ਮੰਤਰੀ ਦਾ ਕੰਮ ਵੀ ਇਹ ਹੈ ਨਹੀਂਗਾ। ਜਾਂ ਫਿਰ ਤੁਸੀਂ ਕਿਹਦੇ ਕੋਲ ਜਾਓਗੇ? ਤੁਸੀਂ ਕੀ ਸਿੱਧਾ CM ਕੋਲ ਚਲ ਜਾਓਗੇ ਕਿ ਹਾਂ ਵੀ ਪੰਜਾਬ ਸਰਕਾਰ ਤੁਸੀਂ ਮੇਰੀ ਪਿੰਡ ਵਿੱਚ ਜਿਹੜੀ ਸੜਕ ਹੈਗੀ ਉਹ ਬਣਾ ਦਿਓ? ਬਿਲਕੁਲ ਨਹੀਂ। ਤੁਸੀਂ ਉੱਥੇ ਦੇ ਸਥਾਨਕ ਕਿਸੇ ਲੀਡਰ ਕੋਲ ਜਾਓਗੇ ਜਿਹੜਾ ਕਿ ਉੱਥੇ ਮੰਤਰੀ ਹੋਵੇਗਾ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਤੁਹਾਨੂੰ ਜਿਹੜੇ ਲੈਵਲਸ ਨੇ, ਜਿਹੜੀਆਂ ਸ਼ਕਤੀਆਂ ਦੀ ਜਿਹੜੀ ਵੰਡ ਕੀਤੀ ਹੋਈ ਹੈ, ਇਸ ਤਰ੍ਹਾਂ ਹੀ ਸਰਕਾਰ ਚੱਲਦੀ ਹੈ। ਸੋ ਸਰਕਾਰ ਦੇ ਤੁਹਾਨੂੰ ਤਿੰਨ ਲੈਵਲ ਵੇਖਣ ਨੂੰ ਮਿਲਦੇ ਆ। ਇੱਕ ਹੁੰਦੀ ਹੈ ਜੀ ਸਥਾਨਕ ਸਰਕਾਰ, ਦੂਜੇ ਨੰਬਰ ਤੇ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜੀ ਰਾਜ ਸਰਕਾਰ, ਰਾਜ ਪੱਧਰ ਤੇ, ਤੀਸਰੇ ਨੰਬਰ ਤੇ ਹੈ ਰਾਸ਼ਟਰੀ ਪੱਧਰ। ਠੀਕ ਹੈ ਜੀ, ਨੈਸ਼ਨਲ ਲੈਵਲ ਜਿਹਨੂੰ ਤੁਸੀਂ ਕਹਿ ਸਕਦੇ ਹੋ। ਜਿਵੇਂ ਸਥਾਨਕ ਪੱਧਰ ਤੇ ਜਿਹੜੀ ਸਰਕਾਰ ਹੁੰਦੀ ਹੈ, ਜਿਵੇਂ ਕਿ ਉਹ ਪਿੰਡ ਜਾਂ ਫਿਰ ਕਸਬੇ ਤੋਂ ਜਾਂ ਫਿਰ ਕਿਸੇ ਏਰੀਆ ਤੋਂ ਚਲਾਈ ਜਾ ਸਕਦੀ ਹੈ। ਸਾਰਾ ਜਿਹੜਾ ਕੰਮ ਹੈਗਾ ਆ ਉਹ ਪਿੰਡ ਦੇ ਲੈਵਲ ਤੇ, ਕਸਬੇ ਲੈਵਲ ਤੇ ਜਾਂ ਫਿਰ ਕਿਸੇ ਏਰੀਆ ਦੇ ਲੈਵਲ ਤੇ ਵੇਖਿਆ ਜਾਂਦਾ। ਉਸ ਤੋਂ ਬਾਅਦ ਆ ਜਾਂਦਾ ਜੀ ਰਾਜ ਪੱਧਰ। ਰਾਜ ਪੱਧਰ ਜਿਵੇਂ ਕਿ ਉਹਦੇ ਵਿੱਚ ਕੋਈ ਸਟੇਟ ਆ ਜਾਂਦੀ ਹੈ, ਜਿਵੇਂ ਕਿ CM ਨੇ ਜਿਹੜਾ ਕੰਮ ਕਰਨਾ ਆ ਉਹ ਰਾਜ ਪੱਧਰ ਤੇ ਕਰਨਾ ਆ। ਜਿਵੇਂ ਰਾਜ ਪੱਧਰ ਤੇ ਹਰਿਆਣਾ, ਪੰਜਾਬ, ਅਸਾਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ। ਸੋ ਇਸ ਤਰ੍ਹਾਂ ਜਿਹੜੀਆਂ ਸਟੇਟਸ ਹੁੰਦੀਆਂ ਨੇ, ਇਹਨਾਂ ਦੇ ਜਿਹੜੇ CM ਹੁੰਦੇ ਆ, ਉਹਨਾਂ ਦੁਆਰਾ ਜਿਹੜੇ ਕੰਮ ਕੀਤੇ ਜਾਂਦੇ ਆ ਉਹਨਾਂ ਨੂੰ ਆਪਾਂ ਰਾਜ ਪੱਧਰ ਤੇ ਕਹਿ ਦਿੰਦੇ ਆ। ਤੀਸਰੇ ਤੇ ਆ ਗਿਆ ਜੀ ਰਾਸ਼ਟਰੀ ਪੱਧਰ, ਜਿਵੇਂ ਕਿ ਆਪਣੇ ਪੂਰੇ ਦੇਸ਼ ਦੀ ਇਹਦੇ ਵਿੱਚ ਗੱਲ ਕੀਤੀ ਜਾਂਦੀ ਹੈ। ਜਿਹੜੇ ਸਟੇਟਸ ਹੈਗੀਆਂ ਆ, ਸਾਰੀਆਂ ਸਟੇਟ ਦੇ ਲੈਵਲ ਤੇ, ਮਤਲਬ ਆਪਾਂ ਸਾਰੀਆਂ ਸਟੇਟ ਦੀ ਗੱਲ ਕਰ ਰਹੇ ਹਾਂ, ਇੱਕ ਅੱਧੀ ਸਟੇਟ ਦੀ ਨਹੀਂ, ਪੂਰੇ ਦੇਸ਼ ਦੀ ਗੱਲ ਕਰ ਰਹੇ ਹਾਂ ਕਿ ਪੂਰੇ ਦੇਸ਼ ਦੇ ਲੈਵਲ ਤੋਂ ਜਦੋਂ ਦਿੱਲੀ ਤੋਂ ਸਰਕਾਰ ਚੱਲਦੀ ਆ, ਉਹਨੂੰ ਆਪਾਂ ਰਾਸ਼ਟਰੀ ਪੱਧਰ ਕਹਿ ਦਿੰਦੇ ਆ। ਸੋ ਤਿੰਨ ਜਿਹੜੇ ਲੈਵਲ ਸੀਗੇ, ਉਮੀਦ ਕਰਦਾ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਇੱਕ ਇੰਪੋਰਟੈਂਟ ਟੌਪਿਕ ਹੈਗਾ ਆ ਕਿ ਆਂਧਰਾ ਪ੍ਰਦੇਸ਼ ਦੇ ਪੁਨਰ ਗਠਨ ਤੋਂ ਬਾਅਦ ਤੇਲੰਗਾਨਾ 2 ਜੂਨ 2014 ਨੂੰ ਭਾਰਤ ਦਾ 29ਵਾਂ ਰਾਜ ਬਣ ਗਿਆ ਸੀਗਾ। ਇੱਕ ਸਟੈਟਿਕ ਜੀ ਗੱਲ ਹੈਗੀ ਆ, ਇਹਨੂੰ ਤੁਸੀਂ ਯਾਦ ਕਰ ਲਿਓ। ਐਂਡ ਪ੍ਰੈਜ਼ੈਂਟ ਦੇ ਵਿੱਚ ਆਪਣੇ ਕੋਲ ਕਿੰਨੀਆਂ ਸਟੇਟ ਤੇ ਕਿੰਨੀਆਂ ਯੂਨੀਅਨ ਟੈਰੀਟਰੀਜ਼ ਵੇਖਣ ਨੂੰ ਮਿਲਦੀਆਂ ਨੇ, ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਕਿੰਨੇ ਆਪਣੇ ਰਾਜ ਹੈਗੇ ਆ। ਪ੍ਰੈਜ਼ੈਂਟ ਦੇ ਵਿੱਚ ਆਪਣੇ ਕੋਲ 28 ਰਾਜ ਹੈਗੇ ਆ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਆ। ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਨੋਟ ਕਰ ਲੈਣਾ ਹੈ। ਆਪਣੇ ਕੋਲ ਫਿਲਹਾਲ 28 ਰਾਜ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਆ। ਬਟ ਤੁਸੀਂ ਕਹੋਗੇ ਕਿ ਸਰ ਇੱਥੇ ਤਾਂ 29ਵਾਂ ਰਾਜ ਲਿਖਿਆ ਹੋਇਆ, ਇੱਥੇ ਤਾਂ 29ਵਾਂ ਰਾਜ ਲਿਖਿਆ ਹੋਇਆ 2014 ਵਿੱਚ, ਕਿਉਂਕਿ ਆਪਣੇ ਉਦੋਂ 29 ਰਾਜ ਹੁੰਦੇ ਸੀ। ਬਟ ਹੁਣ ਜੰਮੂ ਐਂਡ ਕਸ਼ਮੀਰ ਨੂੰ ਤੇ ਲਦਾਖ ਨੂੰ ਇੱਕ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ, ਜਿਹਦੇ ਕਰਕੇ ਪਹਿਲਾਂ ਉਹ ਸਟੇਟ ਹੁੰਦੀ ਸੀਗੀ ਬਟ ਹੁਣ ਸਟੇਟ ਨਹੀਂ ਹੈਗੀ, ਹੁਣ ਉਹ UT ਹੈਗੀ ਆ। ਸੋ ਜਿਹਦੇ ਕਰਕੇ ਆਪਣੇ ਪੂਰੇ ਦੇਸ਼ ਵਿੱਚ, ਭਾਰਤ ਵਿੱਚ 8 ਯੂਨੀਅਨ ਟੈਰੀਟਰੀਜ਼ ਵੇਖਣ ਨੂੰ ਮਿਲਦੀਆਂ ਨੇ ਤੇ 28 ਜਿਹੜੇ ਰਾਜ ਹੈਗੇ ਆ ਉਹ ਵੇਖਣ ਨੂੰ ਮਿਲਦੇ ਹੈਗੇ ਆ। ਵੈਸੇ ਸਰਕਾਰਾਂ ਦਾ ਜਿਹੜਾ ਮੇਨ ਕੰਮ ਹੁੰਦਾ ਆ ਉਹ ਕੀ ਹੁੰਦਾ ਆ? ਸਰਕਾਰਾਂ ਦਾ ਮੇਨ ਕਾਨੂੰਨ ਹੁੰਦਾ ਆ, ਕਹਿੰਦੇ ਵੀ ਸਰਕਾਰਾਂ ਦਾ ਜਿਹੜਾ ਮੇਨ ਕੰਮ ਹੁੰਦਾ ਆ ਕਾਨੂੰਨ ਬਣਾਉਣ ਦਾ, ਕਿ ਜਿਹੜੇ ਕਾਨੂੰਨ ਨੇ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਵੇਖਣ ਦੀ, ਇਹ ਕਿਹਦਾ ਕੰਮ ਹੈ? ਇਹ ਕੰਮ ਹੈਗਾ ਸਰਕਾਰ ਦਾ। ਹਰ ਵਿਅਕਤੀ ਨੂੰ ਪਾਲਣਾ ਕਰਨੀ ਪੈਣੀ ਹੈ ਕਿ ਜਿਹੜਾ ਵੀ ਕਾਨੂੰਨ ਸਰਕਾਰ ਨੇ ਬਣਾਤਾ। ਬਟ ਕੀ ਸਰਕਾਰ ਕੋਈ ਵੀ ਕਾਨੂੰਨ ਬਣਾ ਸਕਦੀ ਹੈ? ਬਿਲਕੁਲ ਨਹੀਂ। ਮੰਨ ਲਓ ਕੱਲ ਨੂੰ ਕੋਈ ਸਰਕਾਰ ਕਾਨੂੰਨ ਲੈ ਕੇ ਆਈ, ਉਹਨੇ ਪਾਰਲੀਮੈਂਟ ਵਿੱਚ ਪਾਸ ਕਰਵਾਤਾ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਲੋਕਾਂ ਨਾਲ ਧੱਕਾ ਕਰੀ ਜਾਣਗੇ। ਕੁਝ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਏ ਜਾ ਸਕਦੇ ਜਿਹੜੇ ਕਿ ਲੋਕਾਂ ਦੇ ਬਿਲਕੁਲ ਹੀ ਵਿਰੁੱਧ ਜਾਂ ਫਿਰ ਖਿਲਾਫ ਹੋਣ। ਇਹਦੇ ਨਾਲ ਹੋਊਗਾ ਕਿ ਇਹਦੇ ਨਾਲ ਨੈਕਸਟ ਟਾਈਮ ਜਦੋਂ VOTING ਹੋਊਗੀ, ਇਲੈਕਸ਼ਨ ਹੋਣਗੇ, ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ। ਕਿਉਂ? ਕਿਉਂਕਿ ਪਹਿਲਾਂ ਜਿਤਾਇਆ ਵੀ ਤਾਂ ਇਹਨਾਂ ਨੂੰ ਲੋਕਾਂ ਨੇ ਹੀ ਸੀ, ਬਟ ਜਦੋਂ ਇਹ ਲੋਕ ਵਿਰੋਧੀ ਕੰਮ ਕਰਨਾ ਸਟਾਰਟ ਕਰ ਦੇਣਗੇ ਫਿਰ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ। ਸੋ ਇਹਨਾਂ ਗੱਲਾਂ ਦਾ ਜਿਹੜਾ ਧਿਆਨ ਹੈਗਾ ਆ ਸਰਕਾਰ ਨੂੰ ਰੱਖਣਾ ਪੈਂਦਾ ਆ। ਈਵਨ ਜਿਹੜੇ ਇਹਨਾਂ ਦੇ ਐਕਸ਼ਨ ਹੈਗੇ ਆ, ਮੰਨ ਲਓ ਜਿਹੜਾ ਸਰਕਾਰ ਨੇ ਕੋਈ ਕੰਮ ਕਰਤਾ,
ਉਹਦਾ ਜਿਹੜਾ ਜਵਾਬ ਹੈਗਾ ਆ ਉਹ ਵੀ ਪਾਰਲੀਮੈਂਟ ਵਿੱਚ ਇਹਨਾਂ ਨੂੰ ਦੇਣਾ ਪੈਂਦਾ ਆ ਕਿ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਲੋਕ ਹੁੰਦੇ ਆ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਸਰਕਾਰ ਲੋਕਾਂ ਨੇ ਹੀ ਚੁਣੇ ਹੁੰਦੇ ਆ, ਸੋ ਉਹ ਜਾਂਦੇ ਨੇ, ਮੰਨ ਲਓ ਸਰਕਾਰ ਕੋਈ ਕੰਮ ਨਹੀਂ ਕਰ ਰਹੀ, ਫਿਰ ਜਿਹੜੇ ਵਿਰੋਧੀ ਪਾਰਟੀਆਂ ਹੁੰਦੀਆਂ ਨੇ, ਓਪੋਜੀਸ਼ਨ ਲੀਡਰ ਹੁੰਦੇ ਨੇ, ਉਹ ਸਵਾਲ ਕਰਦੇ ਨੇ ਸਰਕਾਰਾਂ ਤੋਂ। ਈਵਨ ਲੋਕ ਵੀ ਸਵਾਲ ਕਰਦੇ ਨੇ ਸਰਕਾਰਾਂ ਤੋਂ ਕਿ ਤੁਸੀਂ ਇਹ ਕੰਮ ਕਰਨ ਦਾ ਵਾਅਦਾ ਕੀਤਾ ਸੀਗਾ ਬਟ ਤੁਸੀਂ ਇਹ ਕੰਮ ਤਾਂ ਕੀਤਾ ਹੀ ਨਹੀਂ, ਕਦੋਂ ਕਰੋਗੇ, ਜੇ ਕਰਤਾ ਤੇ ਇਹਦੇ ਵਿੱਚ ਇਹ ਖਾਮੀ ਕਿਉਂ ਰਹਿ ਗਈ। ਸੋ ਇਸ ਤਰ੍ਹਾਂ ਦੀ ਜਿਹੜੀਆਂ ਵੀ ਖਾਮੀਆਂ ਰਹਿ ਜਾਂਦੀਆਂ ਆ, ਜਿਹੜੀਆਂ ਵੀ ਕਮੀਆਂ ਰਹਿ ਜਾਂਦੀਆਂ ਆ, ਉਹ ਲੋਕਾਂ ਦੁਆਰਾ, ਓਪੋਜੀਸ਼ਨ ਪਾਰਟੀਆਂ ਦੁਆਰਾ ਪੁੱਛੀਆਂ ਜਾਂਦੀਆਂ ਨੇ ਸਰਕਾਰ ਨੂੰ, ਤਾਂ ਕਿ ਉਹ ਜਿਹੜਾ ਕੰਮ ਹੈਗਾ ਆ ਸਹੀ ਢੰਗ ਨਾਲ ਕੀਤਾ ਜਾ ਸਕੇ। ਜਿਵੇਂ ਇੱਕ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ, ਇਹਦੇ ਵਿੱਚ ਇੱਕ ਐਗਜ਼ਾਮਪਲ ਦੱਸੀ ਹੋਈ ਸੀਗੀ ਕਿ ਜੇ ਕਿਸੇ ਨੇ ਡਰਾਈਵ ਕਰਨਾ ਆ ਤੇ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ, ਬਟ ਹੁਣ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਹਿ ਦੋਗੇ ਕਿ ਸਰ ਅਸੀਂ ਸਰਕਾਰਾਂ ਨੂੰ ਕਹਿ ਦੋਗੇ ਕਿ ਅਸੀਂ ਡਰਾਈਵਿੰਗ ਲਾਇਸੈਂਸ ਨਹੀਂ ਬਣਾਉਣਾ, ਅਸੀਂ ਤਾਂ ਇਸ ਤਰ੍ਹਾਂ ਹੀ ਟਰੈਵਲ ਕਰਾਂਗੇ। ਸੋ ਇਹ ਵੀ ਪੋਸੀਬਲ ਨਹੀਂ ਹੈਗਾ। ਜਿਹੜੇ ਸਰਕਾਰ ਨੇ ਕਾਨੂੰਨ ਬਣਾਇਆ, ਤੁਸੀਂ ਹੱਥ ਵਿੱਚ ਕਾਨੂੰਨ ਨੂੰ ਨਹੀਂ ਲੈ ਸਕਦੇ। ਇਸੇ ਤਰ੍ਹਾਂ ਹੀ ਮੰਨ ਲਓ ਕਿ ਤੁਹਾਡੇ ਨਾਲ ਕੋਈ ਗਲਤ ਹੋ ਰਿਹਾ, ਤੁਸੀਂ ਕਿੱਥੇ ਜਾ ਸਕਦੇ ਹੋ? ਅਦਾਲਤਾਂ ਵਿੱਚ ਵੀ ਜਾ ਸਕਦੇ ਹੋ। ਜੇ ਤੁਹਾਨੂੰ ਲੱਗਦਾ ਆ ਕਿ ਫਲਾਨਾ ਕਾਨੂੰਨ ਤੁਹਾਡੇ ਮੌਲਿਕ ਅਧਿਕਾਰਾਂ ਦਾ ਹਨਨ ਕਰ ਰਿਹਾ, ਜਾਂ ਫਿਰ ਵਾਇਓਲੇਸ਼ਨ ਹੋ ਰਹੀ ਹੈ, ਜਾਂ ਫਿਰ ਗਲਤ ਹੋ ਰਿਹਾ, ਸੋ ਤੁਸੀਂ ਉਦੋਂ ਉਸ ਕੇਸ ਦੇ ਵਿੱਚ ਤੁਸੀਂ ਜਾ ਸਕਦੇ ਹੋ ਅਦਾਲਤਾਂ ਦੇ ਵਿੱਚ। ਤੇ ਮੈਂ ਗੱਲ ਕਰ ਲਈ ਸੀਗੀ ਕਿ ਇਹਨਾਂ ਸਰਕਾਰਾਂ ਨੂੰ ਚੁਣਨ ਦਾ ਜਿਹੜਾ ਕੰਮ ਹੈਗਾ ਆ, ਇਹ ਵੀ ਲੋਕਾਂ ਦੁਆਰਾ ਕੀਤਾ ਜਾਂਦਾ, ਐਂਡ ਸਰਕਾਰ ਨੂੰ ਵੀ ਡਰ ਹੁੰਦਾ ਆ ਕਿ ਜੇਕਰ ਆਪਾਂ ਕੰਮ ਨਾ ਕੀਤਾ ਤੇ ਲੋਕਾਂ ਨੇ ਸਾਡੇ ਤੋਂ ਸਵਾਲ ਤਾਂ ਕਰਨਾ ਹੀ ਹੈ ਤੇ ਨੈਕਸਟ ਟਾਈਮ ਵੋਟਾਂ ਵੀ ਨਹੀਂ ਪੈਣਗੀਆਂ। ਤੇ ਇੱਕ ਹੋਰ ਜਿਹੜਾ ਸਰਕਾਰ ਦਾ ਜਿਹੜਾ ਰੂਪ ਹੈਗਾ ਆ, ਉਹਨੂੰ ਆਪਾਂ ਰਾਜਸ਼ਾਹੀ ਜਾਂ ਮੋਨਾਰਕੀ ਕਹਿ ਦਿੰਦੇ ਆ। ਕੀ ਕਹਿੰਦੇ ਆ ਜੀ? ਲੋਕਤੰਤਰ ਬਾਰੇ ਤਾਂ ਆਪਾਂ ਪਹਿਲੇ 2 ਚੈਪਟਰ ਵਿੱਚ ਵੀ ਕੁਝ ਪੜ੍ਹਿਆ ਸੀਗਾ, ਹੁਣ ਵੀ ਪੜਾਂਗੇ, ਬਟ ਸਰਕਾਰ ਦਾ ਇੱਕ ਹੋਰ ਰੂਪ ਤੁਹਾਨੂੰ ਵੇਖਣ ਨੂੰ ਮਿਲਦਾ ਹੈ, ਜਿਵੇਂ ਕਿ ਰਾਜਸ਼ਾਹੀ ਆਪਾਂ ਕਹਿ ਦਿੰਦੇ ਆ। ਕੀ ਕਹਿੰਦੇ ਆ? ਰਾਜਸ਼ਾਹੀ, ਮੋਨਾਰਕੀ ਆਪਾਂ ਕਹਿ ਦਿੰਦੇ ਆ। ਇਹਦੇ ਵਿੱਚ ਜਿਹੜਾ ਸ਼ਾਸਨ ਕੀਤਾ ਜਾਂਦਾ ਆ, ਉਹ ਕਿਹਦੇ ਦੁਆਰਾ ਕੀਤਾ ਜਾਂਦਾ? ਸਮਾਲ ਗਰੁੱਪ ਆਫ ਪੀਪਲ, ਕੁਝ ਜਿਹੜੇ ਲੋਕ ਹੋਣਗੇ ਦਰਬਾਰ ਦੇ ਵਿੱਚ, ਉਹ ਇਸ ਤਰ੍ਹਾਂ ਦਾ ਕਹਿ ਲਓ ਕਿ ਸਿਸਟਮ ਤੁਹਾਨੂੰ ਵੇਖਣ ਨੂੰ ਮਿਲੇਗਾ। ਪਹਿਲਾਂ ਵਾਲੇ ਟਾਈਮ ਦੇ ਵਿੱਚ ਜਦੋਂ ਰਾਜਾ ਮਹਾਰਾਜਾ ਹੁੰਦੇ ਸੀਗੇ, ਉਸ ਟਾਈਮ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈਗਾ ਆ ਵੇਖਣ ਨੂੰ ਮਿਲਦਾ ਸੀ। ਐਂਡ ਕਿ ਇਹਦੇ ਵਿੱਚ ਵੀ ਡਿਸਕਸ਼ਨ ਹੁੰਦੀ ਹੈ, ਜਿਵੇਂ ਕਿ ਆਪਣੇ ਲੋਕਤੰਤਰ ਵਿੱਚ ਕੋਈ ਵੀ ਬਿੱਲ ਪਾਸ ਕਰਨਾ ਹੋਵੇ, ਕੋਈ ਵੀ ਕਾਨੂੰਨ ਲਿਆਉਣਾ ਹੋਵੇ, ਤੇ ਪਾਰਲੀਮੈਂਟ ਵਿੱਚ ਡਿਸਕਸ਼ਨ ਕੀਤੀ ਜਾਂਦੀ ਆ ਉਸ ਟੌਪਿਕ ਤੇ। ਕਿ ਇੱਥੇ ਵੀ ਡਿਸਕਸ਼ਨ ਹੁੰਦੀ ਹੈ ਰਾਜਸ਼ਾਹੀ ਦੇ ਵਿੱਚ? ਬਿਲਕੁਲ, ਇੱਥੇ ਵੀ ਡਿਸਕਸ਼ਨ ਹੁੰਦੀ ਹੈ, ਬਟ ਰਾਜਾ ਬਾਉਂਡ ਨਹੀਂ ਹੁੰਦਾ ਕੋਈ ਫੈਸਲਾ ਲੈਣ ਲਈ। ਜਿਵੇਂ ਮੰਨ ਲਓ ਕਿਸੇ ਮੰਤਰੀ ਨੇ ਕਹਿਤਾ ਕਿ ਇਸ ਤਰ੍ਹਾਂ ਕਰਨਾ ਚਾਹੀਦਾ, ਸੋ ਰਾਜੇ ਨੇ ਸੁਣ ਤਾਂ ਲਿਆ, ਬਟ ਰਾਜੇ ਨੇ ਉਹਨਾਂ ਦੀ ਗੱਲ ਤੇ ਇੰਪਲੀਮੈਂਟ ਕਰਨਾ ਆ, ਸੁਣਨਾ ਆ, ਧਿਆਨ ਵਿੱਚ ਰੱਖਣਾ ਆ ਕਿ ਨਹੀਂ ਕਰਨਾ, ਇਹ ਹੁਣ ਰਾਜੇ ਤੇ ਡਿਪੈਂਡ ਆ। ਮਤਲਬ ਇਹ ਕਿ ਜਿਹੜਾ ਫਾਈਨਲ ਡਿਸੀਜਨ ਲੈਣਾ ਆ, ਉਹ ਕਿਹਨੇ ਲੈਣਾ ਆ? ਉਹ ਡਿਸੀਜਨ ਰਾਜਾ ਨੇ ਲੈਣਾ ਆ। ਤੇ ਰਾਜਾ ਨੂੰ ਲੋਕਤੰਤਰ ਵਾਂਗ ਇੱਥੇ ਵੀ ਜਵਾਬ ਦੇਣ ਦੀ ਲੋੜ ਪੈਂਦੀ ਆ? ਬਿਲਕੁਲ ਨਹੀਂ। ਰਾਜਾ ਇੱਥੇ ਕਿਸੇ ਨੂੰ ਵੀ ਜਵਾਬ ਦੇ ਨਹੀਂ ਹੈਗਾ। ਰਾਜਾ ਜੋ ਚਾਹਵੇ ਉਹ ਕਰ ਸਕਦਾ ਆ। ਇੱਥੇ ਜਿਹੜੀ ਮਨਮਰਜ਼ੀ ਇੱਥੇ ਰਾਜੇ ਦੁਆਰਾ ਕੀਤੀ ਜਾ ਸਕਦੀ ਹੈ, ਜਦੋਂ ਆਪਾਂ ਰਾਜਸ਼ਾਹੀ ਜਾਂ ਫਿਰ ਮੋਨਾਰਕੀ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਆ ਗਿਆ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਦੇ ਵਿੱਚ ਆਪਾਂ ਫੈਸਲੇ ਆਪ ਨਹੀਂ ਲੈਂਦੇ। ਆਪਾਂ ਕੀ ਕਰਦੇ ਹਾਂ? ਆਪਾਂ ਆਪਦੇ ਨੁਮਾਇੰਦੇ ਚੁਣਦੇ ਹਾਂ, ਜਿਹੜੇ ਕਿ ਆਪਣੇ ਬਿਹਾਫ ਤੇ ਕੋਈ ਵੀ ਜਿਹੜਾ ਫੈਸਲਾ ਲੈਣਾ ਹੁੰਦਾ ਦੇਸ਼ ਦੇ ਪੱਧਰ ਤੇ, ਰਾਜ ਦੇ ਪੱਧਰ ਤੇ, ਜਾਂ ਫਿਰ ਕਹਿ ਸਕਦੇ ਹਾਂ ਕਿ ਲੋਕਲ ਲੈਵਲ ਤੇ ਉਸ ਪਰਸਨ ਦੁਆਰਾ ਲਏ ਜਾਂਦੇ ਆ, ਆਪਣੇ ਦੁਆਰਾ ਕੋਈ ਫੈਸਲਾ ਨਹੀਂ ਲਿਆ ਜਾਂਦਾ। ਇਹਨੂੰ ਆਪਾਂ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਦਾ ਨਾਮ ਦਿੰਨੇ ਆ। ਤੇ ਇੱਕ ਹੋਰ ਟਰਮ ਤੁਹਾਨੂੰ ਵੇਖਣ ਨੂੰ ਮਿਲਦੀ ਹੈ, ਜਿਹਨੂੰ ਆਪਾਂ ਕਹਿ ਦਿੰਨੇ ਆ ਯੂਨੀਵਰਸਲ ਅਡਲਟ ਫਰੈਂਚਾਈਜ਼। ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਮਤਲਬ ਹੁੰਦਾ ਆ ਕਿ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ। ਆਪਣੇ ਭਾਰਤ ਵਿੱਚ ਤਾਂ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਕਿ 18 ਸਾਲ ਤੋਂ ਕੋਈ ਵੀ ਵਿਅਕਤੀ ਜੇਕਰ ਵੱਧਦਾ ਹੈ ਤਾਂ ਉਹਨੂੰ ਯੂਨੀਵਰਸਲ ਅਡਲਟ ਫਰੈਂਚਾਈਜ਼ ਪ੍ਰਾਪਤ ਹੈਗਾ ਆ ਕਿ ਉਹ ਵੋਟ ਦੇ ਸਕਦਾ ਆ ਕਿਸੇ ਵੀ ਪਾਰਟੀ ਨੂੰ ਜਦੋਂ ਵੀ ਇਲੈਕਸ਼ਨ ਦਾ ਟਾਈਮ ਆਉਂਦਾ ਹੈ। ਇੱਕ ਸਮਾਂ ਹੁੰਦਾ ਸੀਗਾ ਕਿ ਜਿਹੜੀਆਂ ਔਰਤਾਂ ਹੁੰਦੀਆਂ ਸੀ, ਗਰੀਬ ਹੁੰਦੇ ਸੀਗੇ, ਅਨਪੜ੍ਹ ਹੁੰਦੇ ਸੀਗੇ, ਤੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਸੀ ਹੁੰਦੀਆਂ, ਉਹਨਾਂ ਨੂੰ ਕੋਈ ਵੀ ਵੋਟਿੰਗ ਰਾਈਟ ਨਹੀਂ ਦਿੱਤਾ ਜਾਂਦਾ ਸੀਗਾ। ਇਹ ਮੈਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਤੇ ਆਜ਼ਾਦੀ ਤੋਂ ਪਹਿਲਾਂ ਤੁਹਾਨੂੰ ਇਹ ਕੁਝ ਵੇਖਣ ਨੂੰ ਮਿਲਦਾ ਸੀਗਾ ਕਿ ਔਰਤਾਂ, ਗਰੀਬਾਂ, ਅਨਪੜ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ। ਤੇ ਸਿਰਫ ਘੱਟ ਗਿਣਤੀ ਵਾਲੇ ਲੋਕ, ਜਿਹੜੇ ਕਿ ਹੋ ਸਕਦਾ ਹੈ ਬਹੁਤ ਜ਼ਿਆਦਾ ਅਮੀਰ ਹੋਣ, ਪੜ੍ਹੇ ਲਿਖੇ ਹੋਣ, ਤੇ ਸਾਰੇ ਹੀ ਮੇਲ ਹੋਣ। ਸੋ ਕਿਉਂਕਿ ਪਹਿਲਾਂ ਜਿਹੜੀ ਮੇਲ ਡੋਮੀਨੈਂਟ ਸੋਸਾਇਟੀ ਵਿਖਾਈ ਜਾਂਦੀ ਸੀਗੀ, ਸਿਰਫ ਉਹਨਾਂ ਲੋਕਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਸੀਗਾ। ਤੇ ਉਸ ਟਾਈਮ ਦੇ ਵਿੱਚ ਗਾਂਧੀ ਜੀ ਨੇ ਡਿਮਾਂਡ ਕੀਤੀ ਸੀਗੀ ਯੂਨੀਵਰਸਲ ਅਡਲਟ ਫਰੈਂਚਾਈਜ਼ ਦੀ, ਕਿ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸੋ 1931 ਵਿੱਚ ਇਹ ਆਪਦੇ ਇੱਕ ਜਰਨਲ ਦੇ ਵਿੱਚ ਕੀ ਲਿਖਦੇ ਆ? ਜਰਨਲ ਦਾ ਨਾਮ ਸੀਗਾ ਯੰਗ ਇੰਡੀਆ। ਵਿੱਚ ਲਿਖਦੇ ਆ
कि मैं ये विचार बर्दाश्त नहीं कर सकता कि जिस आदमी को दौलत हैगी है तो ਉਹਦੇ ਕੋਲ ਵੋਟ ਹੋਣੀ ਚਾਹੀਦੀ ਹੈ, ਤੇ ਜਿਸ ਕੋਲ ਚਰਿੱਤਰ ਹੈਗਾ ਆ, ਵਧੀਆ ਕਰੈਕਟਰ ਹੈ, ਉਹਦੇ ਕੋਲ ਦੌਲਤ ਨਹੀਂ ਹੈਗੀ ਪਰ ਸਾਖਰਤਾ ਵੀ ਨਹੀਂ ਹੈਗੀ, ਪੜ੍ਹਿਆ ਲਿਖਿਆ ਵੀ ਨਹੀਂ ਹੈਗਾ, ਬੜੀ ਮਿਹਨਤ ਕਰਦਾ ਆ, ਆਪਦੀ ਮਿਹਨਤ ਨਾਲ ਘਰ ਚਲਾਉਂਦਾ ਆ, ਇੰਨੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਇੰਨਾ ਵਧੀਆ ਉਹਦਾ ਕਰੈਕਟਰ ਹੈ, ਬਸ ਉਹਦੇ ਕੋਲ ਪੈਸੇ ਨਹੀਂ ਹੈਗੇ ਤੇ ਪੜ੍ਹਿਆ ਲਿਖਿਆ ਨਹੀਂ ਹੈਗਾ ਤੇ ਉਹ ਵੋਟ ਨਹੀਂ ਪਾ ਸਕਦਾ। ਗਾਂਧੀ ਜੀ ਕਹਿੰਦੇ ਕਿ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ ਤੇ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਫਿਰ ਯੂਨੀਵਰਸਲ ਅਡਲਟ ਫਰੈਂਚਾਈਜ਼ ਦੀ ਕਿ ਸਾਰਿਆਂ ਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈਗਾ ਆ ਇਹ ਹੋਣਾ ਚਾਹੀਦਾ। ਤੇ ਇੱਕ ਹੋਰ ਮੈਂ ਇੰਟਰਸਟਿੰਗ ਗੱਲ ਦੱਸਦਾ ਕਿ ਅਮਰੀਕਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਅਮਰੀਕਾ ਤੇ ਯੂਰਪ ਦੇ ਵਿੱਚ ਨਾ ਜਦੋਂ ਵਰਲਡ ਵਾਰ ਫਸਟ ਚੱਲ ਰਹੀ ਸੀਗੀ ਉਸ ਟਾਈਮ ਦੇ ਵਿੱਚ ਜਿਹੜੇ ਮੇਲ ਹੁੰਦੇ ਸੀਗੇ, ਜਿਹੜੇ ਮੇਲ ਮੈਂਬਰ ਹੁੰਦੇ ਸੀਗੇ ਫੈਮਿਲੀ ਦੇ ਵਿੱਚੋਂ, ਉਹ ਤਾਂ ਚੱਲ ਗਏ ਸੀਗੇ ਜੰਗ ਤੇ। ਪਹਿਲੀ ਮੈਂ ਜੰਗ ਦੀ ਵਿਸ਼ਵ ਯੁੱਧ ਦੀ ਮੈਂ ਗੱਲ ਕਰ ਰਿਹਾ, ਤੇ ਉਸ ਟਾਈਮ ਦੇ ਵਿੱਚ ਜਿਹੜੀਆਂ ਔਰਤਾਂ ਸੀਗੀਆਂ ਘਰ ਦੇ ਸਾਰੇ ਕੰਮ ਉਹਨਾਂ ਦੁਆਰਾ ਕੀਤੇ ਜਾਂਦੇ ਸੀਗੇ, ਘਰ ਦੇ ਬਾਹਰ ਦੇ ਕੰਮ ਵੀ ਉਹਨਾਂ ਔਰਤਾਂ ਦੁਆਰਾ ਕੀਤੇ ਜਾਂਦੇ ਸੀਗੇ। ਸੋ ਜਿਹੜਾ ਪਹਿਲਾਂ ਮਿੱਥ ਬਣਿਆ ਹੋਇਆ ਸੀ ਕਿ ਔਰਤਾਂ ਜਿਹੜੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਸੌਫਟ ਹੁੰਦੀਆਂ ਨੇ, ਇਹ ਬਾਹਰ ਦੇ ਕੰਮ ਨਹੀਂ ਕਰ ਸਕਦੀਆਂ, ਜਦੋਂ ਲੋਕਾਂ ਨੇ ਵੇਖਿਆ ਕਿ ਇਹ ਤਾਂ ਗਲਤ ਧਾਰਨਾ ਬਣੀ ਹੋਈ ਸੀਗੀ, ਇਹ ਤਾਂ ਬਾਹਰ ਦੇ ਕੰਮ ਵੀ ਕਰ ਸਕਦੀਆਂ ਨੇ। ਸੋ ਫੀਮੇਲਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਸਾਨੂੰ ਵੀ ਜਿਹੜੇ ਇਕੁਅਲ ਰਾਈਟਸ ਨੇ ਉਹ ਦਿੱਤੇ ਜਾਣੇ ਚਾਹੀਦੇ ਆ। ਸੋ ਉਸ ਟਾਈਮ ਦੇ ਵਿੱਚ ਇਹਨਾਂ ਨੇ ਵੋਟ ਦੇ ਅਧਿਕਾਰ ਲਈ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਸੰਘਰਸ਼ ਕੀਤਾ। ਇਹਨਾਂ ਨੂੰ ਜੇਲ੍ਹਾਂ ਵਿੱਚ ਵੀ ਸੁੱਟਿਆ ਗਿਆ, ਇਹਨਾਂ ਨੂੰ ਕੁੱਟਿਆ ਮਾਰਿਆ ਗਿਆ ਜਦੋਂ ਇਹ ਭੁੱਖ ਹੜਤਾਲ ਕਰਦੀਆਂ ਸੀ ਤੇ ਇਹਨਾਂ ਨੂੰ ਧੱਕੇ ਨਾਲ ਰੋਟੀ ਖਵਾਈ ਗਈ। ਸੋ ਇਸ ਤਰ੍ਹਾਂ ਦਾ ਜਿਹੜਾ ਸੀਨ ਹੈਗਾ ਆ ਤੁਹਾਨੂੰ ਉਸ ਟਾਈਮ ਵਿੱਚ ਵੇਖਣ ਨੂੰ ਮਿਲਦਾ ਸੀਗਾ। ਸੋ ਇੰਨੇ ਜ਼ਿਆਦਾ ਸੰਘਰਸ਼ ਕਰਨ ਤੋਂ ਬਾਅਦ ਜਿਹੜੀਆਂ ਔਰਤਾਂ ਸੀਗੀਆਂ, ਅਮਰੀਕੀ ਔਰਤਾਂ ਨੂੰ 1920 ਵਿੱਚ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈਗਾ ਆ, ਵੋਟ ਕਾਸਟ ਕਰਨ ਦਾ ਅਧਿਕਾਰ ਮਿਲਿਆ ਸੀ। ਇਸੇ ਤਰ੍ਹਾਂ ਹੀ ਯੂਕੇ ਵਿੱਚ ਔਰਤਾਂ ਨੂੰ 1928 ਵਿੱਚ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈਗਾ ਆ ਉਹ ਦਿੱਤਾ ਗਿਆ ਸੀਗਾ। ਅਮਰੀਕਾ ਵਿੱਚ 1920 ਵਿੱਚ ਫੀਮੇਲਸ ਦੀ ਮੈਂ ਗੱਲ ਕਰ ਰਿਹਾ, ਤੇ ਯੂਕੇ ਵਿੱਚ 1928 ਦੇ ਵਿੱਚ। ਐਂਡ ਉਸ ਟਾਈਮ ਜਿਹੜਾ ਮੂਵਮੈਂਟ ਚਲਾਇਆ ਜਾ ਰਿਹਾ ਸੀਗਾ, ਜਿਵੇਂ ਕਿ ਜਦੋਂ ਵੂਮੈਨਸ ਨੇ ਆਵਾਜ਼ ਚੁੱਕੀ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ, ਉਸ ਕਹਿ ਸਕਦੇ ਹਾਂ ਅੰਦੋਲਨ ਨੂੰ ਜਿਹੜਾ ਨਾਮ ਦਿੱਤਾ ਗਿਆ ਉਹ ਦਿੱਤਾ ਗਿਆ ਜੀ ਵੂਮੈਨ ਸਫਰਾਜ ਮੂਵਮੈਂਟ। ਐਂਡ ਇਸ ਲਾਈਨ ਨਾਲ, ਇਸ ਨੋਟ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਐਂਡ 3rd ਚੈਪਟਰ ਵਿੱਚ ਜਿੰਨੀਆਂ ਇੰਪੋਰਟੈਂਟ ਗੱਲਾਂ ਸੀਗੀਆਂ ਜਿੱਥੋਂ ਕੁਐਸਚਨ ਬਣ ਸਕਦੇ ਸੀ, ਸਾਰੀਆਂ ਗੱਲਾਂ ਮੇਰੇ ਦੁਆਰਾ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ। ਬਟ ਫਿਰ ਵੀ ਤੁਹਾਡਾ ਜੇਕਰ ਕੋਈ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ। ਐਂਡ ਵੀਡੀਓ ਕਿਹੋ ਜਿਹੀ ਲੱਗੀ ਇਹਦੇ ਬਾਰੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ, ਆਪਦੇ ਦੋਸਤਾਂ ਨੂੰ ਵੀ ਸ਼ੇਅਰ ਕਰਨਾ ਹੈ। ਆਪਾਂ ਇਸੇ ਤਰ੍ਹਾਂ ਹੀ ਜਿਹੜੀ ਕੰਪਲੀਟ NCERT ਹੈਗੀ ਆ ਇਹਨੂੰ ਚੰਗੇ ਤਰੀਕੇ ਨਾਲ ਪੜ੍ਹ ਲਵਾਂਗੇ। ਐਂਡ ਤੁਹਾਡਾ PS ਟੈਟ ਦਾ, C ਟੈਟ ਦਾ ਜਿਹੜਾ ਪੇਪਰ ਹੈਗਾ ਆ ਉਹਦੇ ਵਿੱਚ ਵੀ ਚੰਗੇ ਨੰਬਰ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਇਸ ਨੋਟ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।